ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਨਵਾਂ ਦਿਨ ਨਵਾਂ ਸ਼ੋਅ ਲੈ ਕੇ ਮੈਂ ਕਵਿਤਾ ਸਿੰਘ ਹਾਜ਼ਰ। ਦੇਸ਼ ਪ੍ਰਦੇਸ਼ ਲਾਈਵ ਦਾ ਸਾਡਾ ਇਹ ਪ੍ਰੋਗਰਾਮ ਸਾਡੇ ਉਹਨਾਂ ਸਾਰੇ ਦਰਸ਼ਕਾਂ ਦੇ ਵਾਸਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਐਂਡ ਕੈਨੇਡਾ ਦੀ ਖਾਸ ਤੌਰ ਤੇ ਗੱਲ ਕਰਾਂਗੇ, ਕਿਉਂਕਿ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਜੀ ਉਹ ਕੈਨੇਡਾ ਦੇ ਹੀ ਮਾਹਰ ਹੈਗੇ ਨੇ। ਕੈਨੇਡਾ ਗਵਰਨਮੈਂਟ ਤੇ ਐਮਬੈਸੀ ਦੇ ਵੱਲੋਂ ਜੀ ਮਨਜ਼ੂਰਸ਼ੁਦਾ ਜਿਹੜੇ ਹੈਗੇ ਨੇ ਅਥੋਰਾਈਜ਼ਡ ਪਰਸਨ ਹੈਗੇ ਨੇ ਜੋ ਤੁਹਾਨੂੰ ਮਦਦ ਕਰਨਗੇ ਤੁਹਾਡੀ ਕਾਉਂਸਲਿੰਗ ਦੇ ਵਿੱਚ। ਸੋ ਤੁਸੀਂ ਜੀ ਇਹਨਾਂ ਦਾ ਫਾਇਦਾ ਜ਼ਰੂਰ ਲੈ ਸਕਦੇ ਹੋ। ਤੇ ਫਿਲਹਾਲ ਨੰਬਰ ਤੁਹਾਡੀ ਸਕਰੀਨ ਦੇ ਉੱਤੇ, ਜਦੋਂ ਤੁਸੀਂ ਕਾਲ ਕਰਕੇ ਆਪਣੇ ਵਾਸਤੇ ਸਵਾਲ ਆਪਣਾ ਰੱਖ ਸਕਦੇ ਹੋ ਤੇ ਜਵਾਬ ਲੈ ਸਕਦੇ ਹੋ। CICC ਮੈਂਬਰ ਡਾਕਟਰ ਰਵੀ ਗਰਗ ਪਾਇਨੀਅਰ ਇਮੀਗ੍ਰੇਸ਼ਨ ਤੋਂ ਸਾਡੇ ਵਾਸਤੇ ਸਟੱਡੀ ਵੀਜ਼ਾ ਐਕਸਪਰਟ। ਹੈਲੋ ਸਰ, ਵੈਲਕਮ ਟੂ ਦਿਸ ਸ਼ੋ। ਕਵਿਤਾ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਕੈਨੇਡਾ ਇੱਕ ਅਜਿਹਾ ਮੁਲਕ ਹੈ ਜੀ ਜਿਹਦਾ ਰੁਝਾਨ ਕਦੇ ਵੀ ਖਤਮ ਨਹੀਂ ਹੋਇਆ, ਜਿਹਦਾ ਇੰਟਰਸਟ ਲੋਕਾਂ ਦੀ ਜਿਹੜੀ ਚੋਇਸ ਹੈਗੀ ਕਦੇ ਖਤਮ ਨਹੀਂ ਹੋਈ। ਸੋ ਪਹਿਲਾਂ ਵੀ ਲੋਕੀ ਜਾਂਦੇ ਸੀਗੇ ਜੀ, ਅੱਜ ਵੀ ਜਾ ਰਹੇ ਤੇ ਆਈ ਐਮ ਸ਼ੋਰ ਜੀ ਕਿ ਉੱਥੇ ਜਾਂਦੇ ਰਹਿਣਗੇ। ਤੇ ਕੈਨੇਡਾ ਨੇ ਵੀ ਜੀ ਖੁੱਲ੍ਹੇ ਦਿਲ ਦੇ ਨਾਲ ਸਵਾਗਤ ਕੀਤਾ ਹੈ ਸਾਡੇ ਦਰਸ਼ਕਾਂ ਦਾ, ਸਾਡੇ ਵਿਦਿਆਰਥੀਆਂ ਦਾ, ਸਾਡੇ ਪੰਜਾਬੀਆਂ ਦਾ ਖਾਸ ਤੌਰ ਤੇ ਅੱਜ ਵੀ ਤੁਹਾਡੇ ਕੋਲੇ ਮੌਕਾ ਹੈ ਕਿ ਤੁਸੀਂ ਆਪਣਾ ਸਟੱਡੀ ਵੀਜ਼ਾ ਦਾ ਜਿਹੜਾ ਸੁਪਨਾ ਹੈ, ਜਾਂ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, ਸਪਾਊਸ ਓਪਨ ਵਰਕ ਪਰਮਿਟ ਹੋ ਗਏ, ਤੇ ਇਸ ਤੋਂ ਇਲਾਵਾ ਜੀ ਜਿਨ੍ਹਾਂ ਨੇ PR ਦੇਖਣੀ ਹੈਗੀ, ਜਾਂ ਤੁਹਾਡੇ ਵਾਸਤੇ ਹੋਰ ਕਿਹੜੀ ਕੈਟਾਗਰੀ ਹੈਗੀ ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ, ਉਹਦੇ ਵਿੱਚ ਮਦਦ ਕਰ ਦੇਣਗੇ ਜੀ ਜਿਹੜੇ ਸਾਡੇ ਅੱਜ ਦੇ CICC ਮੈਂਬਰ ਹੈਗੇ ਨੇ। ਸੋ ਫਿਲਹਾਲ ਜੀ ਅਸੀਂ ਸਟੂਡੈਂਟਸ ਦੀ ਗੱਲ ਜਿਹੜੀ ਹੈਗੀ ਉੱਥੋਂ ਮੈਂ ਸ਼ੁਰੂਆਤ ਕਰਾਂਗੀ। ਹਾਲਾਂਕਿ ਸੈਮੀਨਾਰਸ ਵੀ ਚੱਲ ਰਹੇ ਨੇ ਪਾਇਨੀਅਰ ਇਮੀਗ੍ਰੇਸ਼ਨ ਦੇ, ਤੁਸੀਂ ਇਹਨਾਂ ਸੈਮੀਨਾਰਸ ਦਾ ਹਿੱਸਾ ਜ਼ਰੂਰ ਬਣ ਸਕਦੇ ਹੋ। ਜਿਨ੍ਹਾਂ ਨੇ ਮਿਸ ਕਰ ਦਿੱਤਾ, ਕਾਈਂਡਲੀ ਤੁਸੀਂ ਬਹੁਤ ਜਲਦ, ਯਾਨੀ ਕਿ ਤੁਹਾਡੇ ਆਸ-ਪਾਸ ਜਿਹੜੇ ਸ਼ਹਿਰ ਦੇ ਵਿੱਚ ਸੈਮੀਨਾਰ ਚੱਲ ਰਹੇ ਨੇ ਉੱਥੇ ਜਾ ਸਕਦੇ ਹੋ। ਆਪਣਾ ਜਿਹੜਾ ਹੈਗਾ ਤੁਸੀਂ ਡਾਕੂਮੈਂਟਸ ਦੀ ਅਸੈਸਮੈਂਟ ਕਰਾਓ, ਕਾਉਂਸਲਿੰਗ ਲਓ ਤੇ ਜਾਣੋ ਤੁਹਾਡੇ ਵਾਸਤੇ ਬੈਸਟ ਆਪਸ਼ਨ ਕੀ ਹੈ। ਸੋ ਕੈਨੇਡਾ ਨੂੰ ਅਸੀਂ ਹਮੇਸ਼ਾ ਨਜ਼ਰੀਆ ਰਿਹਾ ਵੀ ਮੈਂ ਜਾਵਾਂਗਾ ਉੱਥੇ, ਪੜਾਂਗਾ 1 ਸਾਲ ਚਾਹੇ 2 ਸਾਲ, ਉਸ ਤੋਂ ਬਾਅਦ ਮੈਨੂੰ ਵਰਕ ਪਰਮਿਟ ਵੀ ਮਿਲੇਗਾ ਤੇ ਮੇਰੀ PR ਪੱਕੀ ਹੈ। ਸਟੂਡੈਂਟ ਦੀ ਇਹ ਸੋਚ ਹੈਗੀ ਹੈ, ਇਸ ਕਰਕੇ ਅਸੀਂ ਅਪਲਾਈ ਕਰ ਰਹੇ ਹਾਂ। ਬਿਲਕੁਲ, ਡੈਫੀਨੇਟਲੀ। ਦੇਖੋ, 1 ਸਾਲ ਦੇ ਕੋਰਸ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਸਾਡੀ ਸੁਜੈਸ਼ਨ ਕਿ ਉਹ ਨਹੀਂ ਲੈਣਾ ਚਾਹੀਦਾ। 1 ਸਾਲ ਤੋਂ ਬਾਅਦ 1 ਸਾਲ ਦਾ ਹੋਰ ਅਗਰ ਕੋਰਸ ਕਰ ਲਾਂਗੇ, ਕਿਉਂਕਿ ਗ੍ਰੈਜੂਏਟਸ ਜਿਹੜੇ ਨੇ ਉਹਨਾਂ ਨੂੰ ਜ਼ਿਆਦਾਤਰ ਬਹੁਤ ਸਾਰੇ ਪ੍ਰੋਗਰਾਮ 1 ਸਾਲ ਦੇ ਮਿਲਦੇ ਨੇ ਜੀ। ਸੋ 1 ਸਾਲ ਦਾ ਲੈਣ ਵਿੱਚ ਕੋਈ ਹਰਜ ਨਹੀਂ ਹੈਗਾ, ਲੇਕਿਨ ਉੱਥੇ ਜਾ ਕੇ 1 ਸਾਲ ਦਾ ਹੋਰ ਐਡਮਿਸ਼ਨ ਲੈ ਲੈਣੀ 1 ਸਾਲ ਦੇ ਕੋਰਸ ਵਿੱਚ। ਪੋਸਟ ਗ੍ਰੈਜੂਏਟ ਜਿਹੜਾ ਵਰਕ ਪਰਮਿਟ 1 ਸਾਲ ਦਾ ਹੋਰ ਕੋਰਸ ਜਿਹੜਾ ਖਤਮ ਕਰਨ ਤੋਂ ਬਾਅਦ ਹੀ ਲੈਣਾ ਹੈ, ਤਾਂ ਕਿ 1+1 ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ। ਠੀਕ ਹੈ। ਔਰ 2 ਸਾਲ ਤੋਂ ਬਾਅਦ ਤੱਕ 3 ਸਾਲ ਦਾ ਵਰਕ ਪਰਮਿਟ ਮਿਲਣਾ ਹੀ ਹੈ। ਔਰ ਵਰਕ ਪਰਮਿਟ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਓਪਨ ਵਰਕ ਪਰਮਿਟ ਹੁੰਦਾ ਹੈ। ਜਿਹੜੇ ਇਹ ਸਟੂਡੈਂਟਸ ਨੇ, ਇਹ ਵਰਕ ਪਰਮਿਟ ਮਿਲਣ ਤੋਂ ਬਾਅਦ ਕਿਸੇ ਵੀ ਇੰਪਲਾਇਰ ਕੋਲ ਕਿੰਨੇ ਵੀ ਘੰਟੇ, ਐਨੀ ਨੰਬਰ ਆਫ ਆਵਰਸ, ਫੁੱਲ ਟਾਈਮ ਜਿਹੜੇ ਹੈ ਜੋਬ ਕਰ ਸਕਦੇ ਹੈ। ਔਰ ਉਸ ਦੇ ਵਿੱਚ ਅਲੱਗ-ਅਲੱਗ ਪ੍ਰੋਵਿੰਸਿਸ ਜਿਹੜੀਆਂ ਨੇ ਉਹਨਾਂ ਦੇ ਅਲੱਗ-ਅਲੱਗ ਰੂਲਸ ਨੇ। ਜਿਹੜੇ ਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ PNP ਕਹਿੰਦੇ ਨੇ ਆਪਾਂ, ਉਹਨਾਂ ਦੇ ਅੰਡਰ ਉਹਨਾਂ ਦੇ ਅਲੱਗ-ਅਲੱਗ ਰੂਲਸ ਨੇ। ਕੁਝ ਫੈਡਰਲ ਪ੍ਰੋਗਰਾਮਸ ਵੀ ਨੇ ਜਿਹੜੇ PR ਵਾਸਤੇ, ਉਹਨਾਂ ਦੇ ਅਲੱਗ ਰੂਲ ਨੇ। ਜਿਸ ਤਰ੍ਹਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜਾ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈਗੀ ਹੈ। ਸੋ ਇਸ ਤਰ੍ਹਾਂ ਇਹਨਾਂ ਦੇ ਅਲੱਗ-ਅਲੱਗ ਰੂਲਸ ਦੇ ਉੱਪਰ ਨਿਗਾਹ ਰੱਖਦੇ ਹੋਏ ਸਟੂਡੈਂਟਸ ਨੂੰ ਕੀ ਫਿੱਟ ਬੈਠਦਾ ਹੈ, ਕਿਸ ਤਰ੍ਹਾਂ ਉਹਨਾਂ ਦੀ PR ਸੌਖੀ ਹੋਏਗੀ, ਉਹਨਾਂ ਨੂੰ ਮਿਲੇਗੀ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਐਕਸਪੀਰੀਅੰਸ ਲੈਣਾ ਹੈਗਾ ਔਰ PR ਅਪਲਾਈ ਕਰਨੀ ਹੈ। ਇਹੀ ਜਿਹੜੇ ਸਟੂਡੈਂਟਸ ਜਿਹੜੇ ਕਰਦੇ ਨੇ ਬਹੁਤ ਵਧੀਆ। ਲੇਕਿਨ ਮੇਰੀ ਐਡਵਾਈਸ ਕਿ ਜਿਸ ਤਰ੍ਹਾਂ ਓਨਟਾਰੀਓ, ਵੈਂਕੂਵਰ, BC ਜਿਹੜਾ ਹੈਗਾ, ਵੈਂਕੂਵਰ ਏਰੀਆ ਜਿਹੜਾ ਹੈਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਹੈਗਾ, ਉਹ ਉੱਥੇ ਦੇ ਜਿਹੜੇ ਨੇ ਉਸ ਦੇ ਮੁਕਾਬਲੇ ਦੇ ਵਿੱਚ ਕੁਝ ਹੋਰ ਪ੍ਰੋਵਿੰਸਿਸ ਜਿਸ ਤਰ੍ਹਾਂ ਸਸਕੈਚੁਆਨ, ਮੈਨੀਟੋਬਾ, ਐਟਲਾਂਟਿਕ ਪ੍ਰੋਵਿੰਸਿਸ ਜਿਸ ਦੇ ਵਿੱਚ ਨਿਊ ਬਰੰਜ਼ਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਔਰ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਇਹ ਜਿਹੜੇ 4 ਜਿਹੜੀ ਪ੍ਰੋਵਿੰਸਿਸ ਨੇ, ਖਾਸ ਤੌਰ 'ਤੇ ਇਹਨਾਂ ਦੇ ਵਿੱਚ ਪੜ੍ਹ ਕੇ ਉਹ ਪ੍ਰੋਵਿੰਸਿਸ ਇਹ ਕਹਿੰਦੀਆਂ ਨੇ ਵੀ ਜਿਹੜੇ ਸਟੂਡੈਂਟਸ ਇੱਥੇ ਆ ਕੇ, ਇੰਟਰਨੈਸ਼ਨਲ ਸਟੂਡੈਂਟਸ ਸਾਡੀ ਪ੍ਰੋਵਿੰਸ ਵਿੱਚ ਆ ਕੇ ਪੜ੍ਹਨਗੇ, ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ PR ਸੌਖੀ ਦੇਵਾਂਗੇ। ਜਿਸ ਤਰ੍ਹਾਂ ਸਾਲ ਦੇ ਬਜਾਏ 6 ਮਹੀਨੇ ਕੰਮ ਕਰਨਾ ਪਏਗਾ, ਐਨੀ ਕੈਟੇਗਰੀ ਦੇ ਵਿੱਚ ਕੰਮ ਕਰਨਾ ਪਏਗਾ। ਔਰ ਈਵਨ ਜਿਹੜੀ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈਗਾ, ਉਸ ਦੇ ਵਿੱਚ ਜਦੋਂ ਵਾਂਸ ਵੀ ਗੈਟ ਅ PR, ਕਿ ਜਿਹੜੇ ਤੁਸੀਂ ਹੁਣ ਪ੍ਰੋਵਿੰਸਸ ਦੱਸੇ ਨੇ, ਰਾਈਟ, ਥੋੜਾ ਰੀਜਨਲ ਏਰੀਆ ਦੇ ਵਿੱਚ ਚੱਲ ਗਏ, ਥੋੜਾ ਵੈਨਕੂਵਰ ਵਰਗੇ ਹਾਈ ਸਿਟੀ ਤੋਂ ਅਸੀਂ ਹਟ ਕੇ ਜਾ ਰਹੇ ਹਾਂ। ਅਗਰ ਉੱਥੇ PR ਮਿਲ ਗਈ, ਵਾਂਸ ਜਦੋਂ ਮਿਲ ਜਾਂਦੀ ਹੈ, ਤਾਂ ਉਸ ਤੋਂ ਬਾਅਦ ਅਸੀਂ ਮੂਵ ਕਰ ਸਕਦੇ ਹਾਂ ਐਨੀਵੇਅਰ ਇਨ ਕੈਨੇਡਾ, ਜਾਂ ਉੱਥੇ ਵੀ ਕੁਝ ਸਮਾਂ ਰਹਿਣਾ ਪਏਗਾ? ਪ੍ਰੋਵਿੰਸਿਸ ਜਿਹੜੀਆਂ ਨੇ ਵੈਸੇ ਇਹ ਲਿਖਵਾ ਲੈਂਦੀਆਂ ਨੇ ਕਿ ਜੀ ਮੈਨੂੰ ਤੁਹਾਡੀ ਇਹ ਪ੍ਰੋਵਿੰਸ ਪਸੰਦ ਹੈ, ਇਸ ਕਰਕੇ ਇੱਥੇ ਪੜ੍ਹਨ ਆਇਆ ਹੈਗਾ, ਇੱਥੇ ਹੀ ਮੇਰਾ ਜਿਹੜਾ ਹੈ ਲੰਬੇ ਟਾਈਮ ਤੱਕ ਰਹਿਣ ਦਾ ਇਰਾਦਾ ਹੈਗਾ। ਲੇਕਿਨ ਜਦੋਂ PR ਹੋਗੀ, ਫਿਰ ਇੱਕ ਨਵਾਂ ਰੂਲ ਹੁੰਦਾ ਹੈਗਾ, ਜਿਹੜੀ ਮੋਬਿਲਿਟੀ ਜਿਹੜੀ ਹੈ ਉਹ ਰੂਲ ਹੈਗਾ ਕਿ ਉਹਨਾਂ ਨੂੰ
ਇਹ ਜਿਹੜੀ ਰਾਈਟਸ ਹੁੰਦੇ ਨੇ ਕਿ ਉਹ ਕਿਤੇ ਵੀ ਮੂਵ ਕਰ ਸਕਦੇ ਨੇ। ਠੀਕ ਹੈ, ਇਸ ਕਰਕੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਨੈਚੁਰਲੀ ਉਹ ਕਿਤੇ ਵੀ ਮੂਵ ਕਰ ਸਕਦੇ ਨੇ। ਬਟ ਆਫ ਕੋਰਸ ਜਿਹੜਾ ਹੈਗਾ, ਤੁਸੀਂ ਪਹਿਲੀ ਗੱਲ ਤਾਂ ਜਿਸ ਪ੍ਰੋਵਿੰਸ ਨੇ ਮਾਨ ਦਿੱਤਾ ਔਰ ਤੁਹਾਨੂੰ PR ਕਰਾਈ, ਪਹਿਲਾਂ ਤਾਂ ਉੱਥੇ ਹੀ ਜਾਓ ਜਿੱਥੇ ਇਹ ਤੁਹਾਨੂੰ ਠੀਕ ਲੱਗਦਾ ਹੈਗਾ, ਔਰ PR ਤੋਂ ਬਾਅਦ ਐਟਲੀਸਟ ਕੁਝ ਈਅਰਸ ਉੱਥੇ ਰਹਿ ਕੇ ਐਸਟੈਬਲਿਸ਼ ਹੋਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ। ਹਾਂ ਜੀ। ਸੋ ਅੱਛਾ, ਮੈਂ ਹੁਣ ਅੱਜ ਪ੍ਰਾਈਵੇਟ ਕਾਲਜਸ ਤੇ ਪਬਲਿਕ ਫੰਡਡ ਕਾਲਜਸ ਦੀ ਵੀ ਜ਼ਰੂਰ ਗੱਲ ਕਰਾਂਗੀ, ਕਿਉਂਕਿ ਕਈ ਸਾਨੂੰ ਸਵਾਲ ਆਏ ਵੀ ਹੁਣ ਪਬਲਿਕ ਤਾਂ ਚਲੋ ਹੈਗੀ ਹੈ ਸਾਡੇ ਕੋਲ ਆਪਸ਼ਨ ਦੇ ਵਿੱਚ, ਪ੍ਰਾਈਵੇਟ ਕਾਲਜਸ ਨੂੰ ਲੈ ਕੇ ਤੁਹਾਡੀ ਕੀ ਐਡਵਾਈਸ ਹੈ? ਕੀ ਲੱਗਦਾ ਵੀ ਹੁਣ ਜਿਹੜੇ ਪ੍ਰਾਈਵੇਟ ਕਾਲਜ ਦੇ ਵਿੱਚ ਸਟੂਡੈਂਟਸ ਨੂੰ ਐਡਮਿਸ਼ਨ ਲੈਣ ਦਾ ਫਾਇਦਾ ਮਿਲੇਗਾ, ਵੀ ਲੈਣੀ ਵੀ ਚਾਹੀਦੀ ਹੈ ਫਸਟ ਆਫ ਆਲ, ਜਾਂ ਫਿਰ ਨਹੀਂ? ਦੇਖੋ, 100 ਦੇ ਵਿੱਚੋਂ 10 ਕਾਲਜਾਂ ਨੂੰ ਹੀ ਪੋਸਟ ਗ੍ਰੈਜੂਏਟ ਜਿਹੜੇ ਪ੍ਰਾਈਵੇਟ 100 ਦੇ ਵਿੱਚੋਂ 10 ਕਾਲਜਾਂ ਨੂੰ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਉਡ ਹੈਗੇ ਨੇ। 10 ਵੀ ਨਹੀਂ, ਐਕਚੁਅਲੀ 5-7 ਹੋਣਗੇ। ਸੋ ਪਬਲਿਕ ਜਿੰਨੇ ਵੀ ਕਾਲਜਸ ਨੇ ਇਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਉਡ ਹੈਗੇ ਨੇ। ਉਹਨਾਂ ਦੇ ਵਿੱਚ ਸਟੂਡੈਂਟ ਜਾ ਕੇ ਪੜ੍ਹਨਗੇ, ਉਹਨਾਂ ਨੂੰ ਵਰਕ ਪਰਮਿਟ ਮਿਲੇਗਾ। ਲੇਕਿਨ ਪ੍ਰਾਈਵੇਟ ਕਾਲਜਸ ਜਿਹੜੇ ਨੇ ਉਹ ਬਹੁਤ ਘੱਟ ਨੇ, 100 ਦੇ ਵਿੱਚੋਂ 5 ਨੇ ਜਿਨ੍ਹਾਂ ਨੂੰ ਮਿਲੇਗਾ। ਔਰ ਕਿੰਨਾ ਕਾਲਜਸ ਨੂੰ ਅਲਾਉਡ ਹੈਗਾ, ਕਿੰਨਾ ਨੂੰ ਨਹੀਂ ਹੈਗਾ, ਉਹ ਆਪਾਂ ਬੜੇ ਈਜ਼ੀਲੀ ਦੇਖ ਸਕਦੇ ਹਾਂ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਦੇਖ ਸਕਦੇ ਹਾਂ ਕਿ ਇਹ ਸਾਰੀ ਲਿਸਟ ਦਿੱਤੀ ਹੈਗੀ ਹੈ। ਜਿਹੜੀ ਗੂਗਲ ਦੇ ਉੱਪਰ ਲਿਖਾਂਗੇ DLI ਲਿਸਟ ਕੈਨੇਡਾ, ਔਰ ਉਹ ਜਿਹੜਾ ਹੈਗਾ ਸਰਚ ਕਰਾਂਗੇ ਤੇ ਕੈਨੇਡਾ ਅੰਬੈਸੀ ਦੀ ਵੈਬਸਾਈਟ cic.gc.ca 'ਤੇ ਪੇਜ ਹੈਗਾ ਜਿੱਥੇ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਹੈਗੀ ਆ। ਔਰ ਪ੍ਰੋਵਿੰਸ ਚੁਣਾਂਗੇ, ਉੱਥੇ ਡ੍ਰੌਪ ਡਾਊਨ ਹੈਗਾ, ਉੱਥੇ ਪ੍ਰੋਵਿੰਸ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਜਾਂ ਅਲਬਰਟਾ ਜੋ ਵੀ ਹੈਗਾ ਉਹ ਚੁਣਾਂਗੇ, ਔਰ ਉੱਥੇ ਉਸ ਪ੍ਰੋਵਿੰਸ ਦੇ ਸਾਰੇ ਕਾਲਜਸ ਦੀ ਲਿਸਟ ਆ ਜਾਏਗੀ। ਸਰਚ ਬਾਕਸ ਦੇ ਵਿੱਚ ਇੱਕ ਪਰਟੀਕੂਲਰ ਕਾਲਜ ਵੀ ਅਗਰ ਲਿਖੀਏ ਤਾਂ ਉਸ ਦਾ ਨਾਂ ਆ ਜਾਏਗਾ ਇਕੱਲਾ, ਬਾਕੀ ਲਿਸਟ ਹਟ ਜਾਏਗੀ। ਉਸ ਦੇ ਰਾਈਟ ਸਾਈਡ 'ਤੇ ਲਿਖਿਆ ਹੁੰਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ, ਯੈਸ ਜਾਂ ਨੋ। ਅਗਰ ਨੋ ਹੈ ਤਾਂ ਵਰਕ ਪਰਮਿਟ ਨਹੀਂ ਮਿਲੇਗਾ, ਯੈਸ ਹੈ ਤਾਂ ਵਰਕ ਪਰਮਿਟ ਮਿਲੇਗਾ। ਕੋਈ ਵੀ ਦੇਖ ਸਕਦਾ ਹੈਗਾ, ਬੜਾ ਈਜ਼ੀ ਹੈਗਾ, ਜ਼ਰੂਰ ਦੇਖਣਾ ਚਾਹੀਦਾ। ਬਹੁਤ ਸਾਰੇ ਮਿਸਗਾਈਡੈਂਸ ਜਾਂ ਲੈਕ ਆਫ ਇਨਫੋਰਮੇਸ਼ਨ ਦੀ ਵਜ੍ਹਾ ਨਾਲ ਕੁਝ ਕੰਸਲਟੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਇਹ ਵੀਜ਼ਾ ਲਗਵਾ ਦਿੰਦੇ ਸਟੂਡੈਂਟਸ ਦਾ ਉਹਨਾਂ ਕਾਲਜ ਜਿੱਥੇ ਵਰਕ ਪਰਮਿਟ ਨਹੀਂ ਮਿਲਣਾ। ਨੁਕਸਾਨਦਾਇਕ ਹੈਗਾ, ਕਿਉਂਕਿ ਮੇਰਾ ਖਿਆਲ ਹੈ ਵੀ 100 ਦੇ 100 ਹਜ਼ਾਰ ਵਿੱਚੋਂ 1000 ਬੱਚੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਵਿਤਾ ਜੀ, ਉੱਥੇ ਜਾਂਦੇ ਨੇ ਇਸ ਲਈ ਕਿ ਉੱਥੇ ਪੜ੍ਹ ਕੇ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈਏ। ਔਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਤਦ ਹੀ ਉਹਨਾਂ ਨੂੰ ਵਰਕ ਕਰਨਾ ਜਾਂ ਐਕਸਪੀਰੀਅੰਸ ਅਲਾਉਡ ਹੈਗਾ, ਜਿਸ ਦੇ ਬੇਸ ਦੇ ਉੱਪਰ ਕੱਲ੍ਹ ਨੂੰ PR ਹੋਣੀ ਜੀ। ਅਗਰ ਵਰਕ ਪਰਮਿਟ ਨਹੀਂ ਤਾਂ PR ਵੀ ਨਹੀਂ। ਸੋ ਉਹ ਡੈਫੀਨੇਟਲੀ ਉਹ ਜਿਹੜਾ ਬੜਾ ਵੱਡਾ ਰਿਸਕ ਔਰ ਬੜਾ ਵੱਡਾ ਨੁਕਸਾਨ ਹੈਗਾ ਅਗਰ ਇਹੋ ਜਿਹੇ ਕਾਲਜ ਜਾਈਏ ਜਿੱਥੇ ਵਰਕ ਪਰਮਿਟ ਨਹੀਂ ਹੈਗਾ। ਬੀ ਵੈਰੀ ਕੇਅਰਫੁਲ ਜੀ। 12ਵੀਂ ਤੋਂ ਬਾਅਦ ਸਾਡੇ ਕੋਲੇ ਕਈ ਤਰ੍ਹਾਂ ਦੀਆਂ ਆਪਸ਼ਨਸ ਹੋ ਜਾਂਦੀਆਂ ਨੇ, ਵੀ ਅਸੀਂ ਗ੍ਰੈਜੂਏਸ਼ਨ ਦੇ ਵਾਸਤੇ ਜਾਈਏ ਨੇ, ਡਿਗਰੀ ਦੇ ਵਾਸਤੇ ਜਾ ਸਕਦੇ ਹਾਂ, ਜਾਂ ਚਲੋ ਸਾਡੇ ਕੋਲ ਡਿਪਲੋਮਾਸ ਦੀਆਂ ਆਪਸ਼ਨਸ ਵੀ ਹੁੰਦੀਆਂ ਨੇ। ਸੋ ਵੈਰੀ ਰੇਅਰ ਸਟੂਡੈਂਟ ਜਿਹੜੇ ਕਿ ਡਿਗਰੀ ਕਰ ਲੈਂਦੇ ਨੇ, ਨਹੀਂ ਤਾਂ ਮੋਸਟ ਆਫ ਦਾ ਸਟੂਡੈਂਟ ਜਿਹੜੇ ਕਿ ਡਿਪਲੋਮਾ ਦੇ ਵਿੱਚ ਜਾਣਾ ਪਸੰਦ ਕਰਦੇ ਨੇ, ਵੀ ਚਲੋ 2 ਸਾਲ ਹੀ ਪੜ੍ਹਨਾ ਪਏਗਾ, 3 ਸਾਲ ਦਾ ਵਰਕ ਪਰਮਿਟ ਤਾਂ ਮਿਲੇਗਾ ਹੀ ਮਿਲੇਗਾ, ਰਾਈਟ। ਤੇ ਨਾਲ ਕਿਤੇ ਨਾ ਕਿਤੇ ਸ਼ਾਇਦ ਫੀਸ ਨੂੰ ਵੀ ਲੈ ਕੇ ਸ਼ਾਇਦ ਕਿਤੇ ਨਾ ਕਿਤੇ ਉਹ ਅਪਲਾਈ ਕਰਦੇ ਨੇ। ਬਟ ਜਿਹੜੇ ਡਿਗਰੀ ਵਾਲੇ ਸਟੂਡੈਂਟਸ ਨੇ, ਆਲਰੇਡੀ ਇੱਥੇ ਡਿਗਰੀ ਅਸੀਂ ਹਾਸਲ ਕੀਤੀ ਹੁੰਦੀ ਹੈ, ਉਹ ਸਟੂਡੈਂਟਸ ਨੇ ਜਦੋਂ ਜਾਣਾ ਹੈ ਤਾਂ ਉਹਨਾਂ ਵਾਸਤੇ ਕੀ ਆਪਸ਼ਨਸ ਨੇ? ਦੇਖੋ, ਉਹੀ ਹੈ ਕਿ ਪਹਿਲੀ ਗੱਲ ਤਾਂ ਤੁਹਾਡੇ ਜਿਹੜੇ ਕਈ ਜਿਹੜੀ ਕਨਫਿਊਜ਼ਨਸ ਹੈਗੀਆਂ ਨੇ, ਔਰ ਪੇਰੈਂਟਸ ਪੁੱਛਦੇ ਨੇ ਕਿ 1 ਸਾਲ ਦਾ ਕੋਰਸ ਲਈਏ, 2 ਸਾਲ ਦਾ ਜਾਂ 4 ਸਾਲ ਦਾ, +2 ਵਾਸਤੇ। ਇਹ 12ਵੀਂ ਵਾਲਿਆਂ ਵਾਸਤੇ? ਇਹ 12ਵੀਂ ਵਾਸਤੇ। ਗ੍ਰੈਜੂਏਟਸ ਵਾਸਤੇ ਜਿਹੜੇ ਨੇ 80% ਪ੍ਰੋਗਰਾਮ ਤਾਂ 1 ਸਾਲ ਦੇ ਅਵੇਲੇਬਲ ਨੇ ਕੈਨੇਡਾ ਦੇ ਵਿੱਚ, ਔਰ 20% ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ 2 ਸਾਲ ਦੇ ਵੀ ਹੈਗੇ ਨੇ। ਠੀਕ ਹੈ, ਤਾਂ ਵੀਜ਼ਾ ਦੋਨਾਂ ਦੇ ਵਿੱਚ ਆ ਜਾਂਦਾ? 1 ਸਾਲ ਵਾਲੇ ਚ ਉਸ ਦੇ ਵਿੱਚ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੈ, ਆ ਜਾਂਦਾ ਹੈਗਾ। ਭਾਵੇਂ 1 ਸਾਲ ਦਾ ਲੈ ਲਓ, ਭਾਵੇਂ 2 ਸਾਲ ਦਾ ਲੈ ਲਓ, ਕੋਈ ਦਿੱਕਤ ਨਹੀਂ ਹੈਗੀ। ਲੇਕਿਨ ਧਿਆਨ ਦੇਣ ਵਾਲੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, 1 ਸਾਲ ਦਾ ਕੋਰਸ ਕਰਨ ਤੋਂ ਬਾਅਦ ਅਗਰ ਵਰਕ ਪਰਮਿਟ ਲਵਾਂਗੇ ਤਾਂ 1 ਸਾਲ ਦਾ ਮਿਲੇਗਾ, ਜਿਹੜਾ ਨਹੀਂ ਲੈਣਾ ਚਾਹੀਦਾ ਮੇਰੇ ਮੁਤਾਬਕ, ਕਿਉਂਕਿ PR ਦੇ ਵਿੱਚ ਡਿਫਿਕਲਟੀ ਹੁੰਦੀ ਹੈ। ਐਕਸਪ੍ਰੈਸ ਐਂਟਰੀ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈਗੀ ਹੈ, ਜਾਂ ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ PNP ਜਿਹੜੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ ਵੀ 1 ਸਾਲ ਦੇ ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਹੈ। ਔਰ ਜ਼ਿਆਦਾਤਰ ਪ੍ਰੋਗਰਾਮ ਦੇ ਵਿੱਚ OAB ਕੈਟੇਗਰੀ ਦਾ ਮਤਲਬ ਸੁਪਰਵਾਈਜ਼ਰ ਲੈਵਲ ਦਾ ਜਿਹੜਾ ਸਪੈਸ਼ਲ ਜਿਹੜੇ ਪ੍ਰੋਗਰਾਮਸ ਨੇ, ਜਿਹੜੇ ਨੋਕ ਕੋਡ ਦੇ ਵਿੱਚ ਜਿਹੜੇ ਸਪੈਸ਼ਲ ਜਿਹੜੇ ਹੈਗੇ ਜੌਬ ਟਾਈਟਲਸ ਨੇ, ਉਹਨਾਂ ਦੇ ਵਿੱਚ ਹੀ ਐਕਸਪੀਰੀਅੰਸ ਕਰਕੇ PR ਹੁੰਦੀ ਆ, ਉਹ ਰਿਕੁਆਇਰਮੈਂਟ ਹੁੰਦੀ ਹੈ ਐਲੀਜੀਬਿਲਿਟੀ ਦੀ। ਸੋ ਉਸ ਕੈਟੇਗਰੀ ਦੇ ਵਿੱਚ 1 ਸਾਲ ਦਾ ਅਗਰ ਵਰਕ ਪਰਮਿਟ ਹੈ ਤੇ ਪੂਰੇ 1 ਸਾਲ ਦਾ ਐਕਸਪੀਰੀਅੰਸ ਨਹੀਂ ਹੋ ਸਕਦਾ, ਕਿਉਂਕਿ ਕੁਝ ਟਾਈਮ ਜੌਬ ਲੱਭਣ ਨੂੰ ਲੱਗ ਜਾਂਦਾ,
और कुछ टाइम उस पर्टिकुलर कैटेगरी, मान लो कि कोई क्लर्क लग गया, बाद सुपरवाइजर बनना हैगा तो टाइम लग जाता। 6 महीने साल क्लर्क का काम किया, उस तो बाद ही प्रमोट होकर सुपरवाइजर बनेगा। सुपरवाइजर बन के ही अगर उसनूं जिहड़ा PR अलाउड हैगी है, सो ਉਹ ਉਸ ਨੂੰ ਜ਼ਿਆਦਾ ਟਾਈਮ ਦੇ ਵਰਕ ਪਰਮਿਟ ਦੀ ਲੋੜ ਹੁੰਦੀ ਹੈ। 1 ਸਾਲ ਦਾ ਵਰਕ ਪਰਮਿਟ ਨਹੀਂ ਲੈਣਾ ਚਾਹੀਦਾ। ਸੋ 1 ਸਾਲ ਦਾ ਅਗਰ ਕੋਰਸ ਲੈ ਕੇ ਗਏ ਆ ਸਟੂਡੈਂਟਸ ਤੇ 1 ਸਾਲ ਦਾ ਹੋਰ ਐਡਮਿਸ਼ਨ ਲੈ ਲੈਣ ਤੇ ਫਿਰ ਅੰਬੈਸੀ 'ਚ ਭੇਜਾਂਗੇ ਸਟੱਡੀ ਪਰਮਿਟ ਐਕਸਟੈਂਸ਼ਨ ਵਾਸਤੇ ਕਿ 1 ਸਾਲ ਦਾ ਹੋਰ ਪੜ੍ਹਾਈ ਕਰਨੀ ਹੈ। ਕੋਈ ਪ੍ਰੋਬਲਮ ਨਹੀਂ ਹੁੰਦੀ। ਕੈਨੇਡਾ 'ਚ ਸਾਡੇ 2 ਆਫਿਸਿਸ ਨੇ, ਉਹ ਉੱਥੇ ਜਿਹੜੇ ਸਟੂਡੈਂਟਸ ਗਏ ਹੋਏ ਨੇ ਉਹਨਾਂ ਨੂੰ ਜਿਹੜਾ ਸੈਕੰਡ 1 ਈਅਰ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਵਿੱਚ ਹੈਲਪ ਕਰਦੇ ਨੇ ਔਰ ਸਟੱਡੀ ਪਰਮਿਟ ਐਕਸਟੈਂਸ਼ਨ ਦੇ ਵਿੱਚ ਵੀ ਹੈਲਪ ਕਰਦੇ ਨੇ। ਔਰ ਅਗਰ 1 ਸਾਲ ਦੇ 2 ਕੋਰਸ ਕਰ ਲਏ ਤਾਂ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਅਗਰ ਇੱਥੋਂ ਹੀ 2 ਸਾਲ ਦਾ ਕੋਰਸ ਲੈ ਕੇ ਗਏ ਨੇ ਫਿਰ ਵੀ 3 ਸਾਲ ਦਾ ਹੀ ਵਰਕ ਪਰਮਿਟ ਮਿਲੇਗਾ। ਸੋ ਇਹ ਤਾਂ ਸੀਗੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਾਸਤੇ। ਪੋਸਟ ਸੈਕੰਡਰੀ ਪ੍ਰੋਗਰਾਮ 90% 95% 2 ਸਾਲ ਦੇ ਨੇ 12ਵੀਂ ਤੋਂ ਬਾਅਦ। ਸੋ 1 ਸਾਲ ਦਾ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, 2 ਸਾਲ ਦਾ ਜ਼ਰੂਰ ਲੈਣਾ ਚਾਹੀਦਾ। ਲੇਕਿਨ ਕੁਐਸਚਨ ਇਜ਼ ਕਿ 2 ਸਾਲ ਦਾ, 3 ਸਾਲ ਦਾ ਜਾਂ 4 ਸਾਲ ਦਾ। ਸੋ ਇਨ ਦੀਜ਼ ਕੰਡੀਸ਼ਨਸ 2 ਸਾਲ ਦਾ ਹੋਵੇ ਭਾਵੇਂ 3 ਸਾਲ ਦਾ ਜਾਂ 4 ਸਾਲ ਦਾ, 3 ਸਾਲ ਦਾ ਹੀ ਵਰਕ ਪਰਮਿਟ ਮਿਲਣਾ। ਸੋ 99% ਸਟੂਡੈਂਟਸ ਜਿਹੜੇ 2 ਸਾਲ ਦਾ ਕੋਰਸ ਲੈ ਕੇ ਜਾਂਦੇ ਨੇ, ਕਿਉਂਕਿ 1 ਸਾਲ ਦੀ ਫੀਸ 10 ਲੱਖ ਅੰਦਾਜ਼ਨ ਜਿਹੜੀ ਹੈ ਜ਼ਿਆਦਾਤਰ ਕਾਲਜਿਸ ਦੀ। 1 ਸਾਲ ਦੀ 10 ਲੱਖ, 2 ਸਾਲ ਦੀ 20 ਲੱਖ, 3 ਸਾਲ ਦੀ 30 ਲੱਖ ਤੇ 4 ਸਾਲ ਦੀ 40 ਲੱਖ ਜਿਹੜੀ ਹੈ ਆਪਣੇ ਬੈਂਕ ਤੋਂ ਇੰਡੀਆ ਤੋਂ ਟ੍ਰਾਂਸਫਰ ਕਰਨੀ ਪਏਗੀ ਟਿਊਸ਼ਨ ਫੀਸ। ਸੋ ਅਫੋਰਡੇਬਿਲਿਟੀ ਵੀ ਆਪਾਂ ਦੇਖਣੀ ਹੈ। ਮੋਸਟ ਸਟੂਡੈਂਟਸ ਜਿਹੜੇ ਨੇ ਉਹ ਅਫੋਰਡ ਨਹੀਂ ਕਰਦੇ ਔਰ 2 ਸਾਲ ਦਾ ਕੋਰਸ ਲੈ ਕੇ ਜਾਂਦੇ ਹੈ, 3 ਸਾਲ ਦਾ ਵਰਕ ਪਰਮਿਟ ਔਰ ਉਸ ਦੇ ਵਿੱਚ ਅਗੇਨ ਕਿ ਅਲੱਗ-ਅਲੱਗ ਰੂਲਸ ਐਂਡ ਰੈਗੂਲੇਸ਼ਨਸ ਦੇ ਹਿਸਾਬ ਨਾਲ ਕੰਡੀਸ਼ਨਸ ਨੂੰ ਮੀਟ ਕਰਦੇ ਹੋਏ PR ਲੈਂਦੇ ਨੇ। PR ਤੋਂ ਬਾਅਦ ਇੱਕ ਖਾਸ ਗੱਲ ਨੋਟ ਕਰਨ ਵਾਲੀ ਹੈਗੀ ਹੈ ਕਿ ਜਿਹੜੇ ਬੱਚੇ, ਜਿਸ ਤਰ੍ਹਾਂ ਪੇਰੈਂਟਸ ਬਹੁਤ ਸਾਰੇ ਚਾਹੁੰਦੇ ਨੇ ਕਿ ਬੱਚੇ ਹਾਇਰ ਐਜੂਕੇਸ਼ਨ ਕਰਨ, ਜਿਸ ਤਰ੍ਹਾਂ ਤੁਸੀਂ ਕਿਹਾ ਡਿਗਰੀ ਕਰਨਾ ਚਾਹੁੰਦੇ ਨੇ, ਡਿਗਰੀ ਤੋਂ ਬਾਅਦ ਮਾਸਟਰਸ, ਪੋਸਟ ਗ੍ਰੈਜੂਏਟ ਪ੍ਰੋਗਰਾਮ, ਹਾਇਰ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਹਾਇਰ ਲੈਵਲ ਦੀ। ਸੋ ਅਗਰ ਡਿਗਰੀ ਨੂੰ ਜੁਆਇਨ ਕਰ ਲੈਂਦੇ ਨੇ ਤੇ ਕੈਨੇਡਾ ਦੇ ਵਿੱਚ ਹਰ ਇੱਕ ਪ੍ਰੋਗਰਾਮ ਦੇ ਅਗਲੇ ਪ੍ਰੋਗਰਾਮ ਦੇ ਵਿੱਚ ਰਿਲੇਟਡ ਉਸੇ ਤਰ੍ਹਾਂ ਦਾ ਪ੍ਰੋਗਰਾਮ ਹੋਵੇ। ਮੰਨ ਲਓ ਸਿਵਲ ਇੰਜੀਨੀਅਰਿੰਗ ਦਾ 2 ਸਾਲ ਦਾ ਡਿਪਲੋਮਾ ਕੀਤਾ ਹੈ, ਡਿਗਰੀ ਸਿਵਲ ਇੰਜੀਨੀਅਰਿੰਗ ਦੀ ਹੈਗੀ ਹੈ ਤੇ 2 ਸਾਲ ਦੇ ਕ੍ਰੈਡਿਟ ਉਸ ਦੇ ਵਿੱਚ ਟ੍ਰਾਂਸਫਰ ਹੋ ਜਾਂਦੀ। ਸੋ ਕ੍ਰੈਡਿਟ ਟ੍ਰਾਂਸਫਰ ਹੋ ਕੇ 4 ਸਾਲ ਦੀ ਡਿਗਰੀ ਹੈ ਤੇ 2 ਸਾਲ ਜਾਂ 1.5 ਸਾਲ ਦਾ ਕੋਰਸ ਉਸ ਦਾ ਜਿਹੜਾ ਹੈ ਮਾਈਨਸ ਹੋ ਜਾਏਗਾ ਡਿਗਰੀ ਦੇ ਵਿੱਚੋਂ। ਸੋ ਡਿਗਰੀ 4 ਸਾਲ ਵਾਲੀ ਜਿਹੜੀ ਹੈ 2 ਜਾਂ 2.5 ਸਾਲ ਦੇ ਵਿੱਚ ਪੂਰੀ ਕਰ ਸਕਦੇ ਸਟੂਡੈਂਟਸ। ਔਰ ਚੰਗੀ ਗੱਲ ਇਹ ਕਿ PR ਤੋਂ ਬਾਅਦ ਡਿਗਰੀ ਦੀ ਜਿੰਨੀ ਵੀ ਪੜ੍ਹਾਈ ਕੀਤੀ ਉਸ ਦੀ ਫੀਸ ਜਿਹੜੀ ਹੈਗੀ ਆ 5ਵਾਂ ਹਿੱਸਾ ਜਾਂ 4ਥਾ ਹਿੱਸਾ ਜਾਂ 5ਵਾਂ ਹਿੱਸਾ ਲੱਗੇਗੀ। ਦੂਸਰਾ ਬੈਨੀਫਿਟ ਇਹ ਹੈਗਾ ਕਿ ਹੈਲਥ ਇੰਸ਼ੋਰੈਂਸ ਐਜ਼ ਇੰਟਰਨੈਸ਼ਨਲ ਸਟੂਡੈਂਟ ਜਿੰਨੀ ਵੀ ਪੜ੍ਹਾਈ ਕੀਤੀ ਉਹ ਸਟੂਡੈਂਟ ਨੇ ਆਪਣੇ ਕੋਲੋਂ ਦੇਣੇ ਹੈਲਥ ਵਾਸਤੇ। ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਉਸ ਦੇ ਵਾਸਤੇ। ਔਰ PR ਤੋਂ ਬਾਅਦ ਜਿੰਨੀ ਵੀ ਪੜ੍ਹਾਈ ਹੁੰਦੀ ਹੈ ਉਹ ਸਟੇਟ ਦੀ ਪ੍ਰੋਵਿੰਸ ਦੀ ਰਿਸਪੌਂਸਿਬਿਲਿਟੀ ਦਾ ਮਤਲਬ ਗਵਰਨਮੈਂਟ ਦਿੰਦੀ ਹੈ ਹੈਲਥ ਦੇ ਵਾਸਤੇ। ਕਿਸੇ ਵੀ ਤਰ੍ਹਾਂ ਦੇ ਡਾਕਟਰ ਦਾ ਚੈੱਕਅਪ ਜਾਂ ਮੈਡੀਸਨਸ, ਇਹ ਕਾਫੀ ਸਾਰੀ ਹੈਲਥ ਜਿਹੜੀ ਹੈਗੀ ਹੈ, ਆਪਰੇਸ਼ਨਸ ਵਗੈਰਾ ਜਿਹੜੇ ਨੇ ਜਾਂ ਕੁਛ ਵੀ ਕਰਨਾ ਪੈਂਦਾ ਹੈਗਾ ਤੇ ਉਹ ਜਿਹੜੀ ਹੈ ਪ੍ਰੋਵਿੰਸ਼ੀਅਲ ਗੌਰਮੈਂਟ ਦੀ ਜਿਹੜੀ ਹੈਗੀ ਹੈ ਉਹ ਰਿਸਪੌਂਸਿਬਿਲਿਟੀ ਹੁੰਦੀ ਹੈ, ਉਹ ਖਰਚਾ ਹੁੰਦਾ। ਦੂਸਰਾ ਇਹ ਕਿ ਲੋਨ ਜਿਹੜੇ ਨੇ ਐਜ਼ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈ ਪੜ੍ਹਾਈ ਵਾਸਤੇ ਲੋਨ ਨਹੀਂ ਦਿੱਤਾ ਜਾ ਸਕਦਾ। ਲੇਕਿਨ PR ਹੋਣ ਤੋਂ ਬਾਅਦ ਗੌਰਮੈਂਟ ਔਰ ਬੈਂਕਸ ਜਿਹੜੇ ਨੇ ਤੁਹਾਡੀ ਐਜੂਕੇਸ਼ਨ ਵਾਸਤੇ ਲੋਨ ਦੇ ਸਕਦੇ ਨੇ। ਇੱਕ ਜਿਹੜੀ ਹੋਰ ਗੱਲ ਕਿ ਐਜ਼ ਇੰਟਰਨੈਸ਼ਨਲ ਸਟੂਡੈਂਟ ਫੁੱਲ ਟਾਈਮ ਹੀ ਅਲਾਊਡ ਹੈਗਾ, ਪਾਰਟ ਟਾਈਮ ਨਹੀਂ ਰਹਿ ਸਕਦਾ ਸਟੂਡੈਂਟ। ਲਾਸਟ ਸਮੈਸਟਰ ਜਿਹੜਾ ਹੈਗਾ ਉਹ ਪਾਰਟ ਟਾਈਮ ਰਹਿ ਸਕਦਾ। ਥੋੜ੍ਹਾ ਜਿਹਾ ਕੋਰਸ ਬੱਚਿਆ ਪੂਰਾ ਨਹੀਂ ਹੋਇਆ ਤੇ ਚਲੋ ਕਰ ਲਏਗਾ, ਕੋਈ ਗੱਲ ਨਹੀਂ। ਲੇਕਿਨ ਜਿਹੜਾ PR ਹੈਗਾ ਉਹ ਪਾਰਟ ਟਾਈਮ ਭਾਵੇਂ ਇੱਕ ਕੋਰਸ ਹੌਲੀ ਹੌਲੀ ਭਾਵੇਂ 1 ਸਾਲ ਵਾਲਾ ਕੋਰਸ 3 ਸਾਲ ਦੇ ਵਿੱਚ ਕਰੇ, ਕੋਈ ਦਿੱਕਤ ਨਹੀਂ ਹੁੰਦੀ। ਅੱਛਾ, ਹੁਣ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ ਜਾਂ ਫਿਰ ਤੁਹਾਨੂੰ ਕਿ ਇਨ ਪਰਸਨ ਹੀ? ਬਿਲਕੁਲ ਕਵਿਤਾ ਜੀ, 2 ਸਾਲ 2.5 ਸਾਲ ਦੇ ਕਰੀਬ ਜਦੋਂ ਤੋਂ ਕਰੋਨਾ ਹੋਇਆ ਉਸ ਦੇ ਕਰਕੇ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ, ਕੈਨੇਡਾ ਤੋਂ ਬਾਹਰ ਬੈਠ ਕੇ ਜਾਂ ਕੈਨੇਡਾ ਦੇ ਵਿੱਚ ਬੈਠ ਕੇ ਆਨਲਾਈਨ ਕਲਾਸਿਸ ਅਲਾਉਡ ਸੀਗੀਆਂ। ਲੇਕਿਨ ਸਤੰਬਰ 22 ਤੋਂ ਇਹ ਜਿਹੜਾ ਆਨਲਾਈਨ ਸਿਸਟਮ ਬੰਦ ਹੋ ਗਿਆ ਹੈਗਾ। ਸਿਰਫ ਇਨ ਪਰਸਨ ਦਾ ਮਤਲਬ ਇਹ ਕਿ ਵੀਜ਼ਾ ਲੱਗ ਕੇ ਸਟੂਡੈਂਟ ਨੂੰ ਕੈਨੇਡਾ ਜਾਣਾ ਪੈਣਾ, ਉੱਥੇ ਜਾ ਕੇ ਕਲਾਸ ਦੇ ਵਿੱਚ ਬੈਠ ਕੇ ਹੀ ਪੜ੍ਹਾਈ ਕਰਨੀ ਪੈਣੀ ਹੈ। ਇਸ ਗੱਲ ਦਾ ਖਿਆਲ ਰੱਖਣਾ ਹੈਗਾ। ਕੋਈ ਨਵੀਂ ਰੂਲ ਆ ਜਾਵੇ ਲਾਸਟ ਮੂਮੈਂਟ 'ਤੇ ਤਾਂ ਨਹੀਂ ਕਹਿ ਸਕਦੇ। ਇਸ ਵਕਤ ਅੱਜ ਦੀ ਡੇਟ ਤੱਕ ਆਨਲਾਈਨ ਕਲਾਸਿਸ ਅਲਾਉਡ ਨਹੀਂ ਹੈਗੀਆਂ ਜੀ। ਸੋ ਫਿਲਹਾਲ ਯਾਨੀ ਕਿ ਇਨ ਪਰਸਨ ਕਲਾਸਿਸ ਜਿਹੜੀਆਂ ਨੇ ਸਾਡੇ ਸਟੂਡੈਂਟਸ, ਸੋ ਜਿਹੜੇ ਵੀ ਕੈਨੇਡਾ ਜਾ ਰਹੇ ਨੇ ਜੀ, ਸੋ ਹੁਣ ਤੁਹਾਡੇ ਕੋਲ ਵਧੀਆ ਮੌਕਾ ਹੈਗਾ। ਅੱਛਾ, ਮੈਂ ਉਹਨਾਂ ਸਟੂਡੈਂਟਸ ਦੀ ਗੱਲ ਕਰ ਲੈਂਦੀ ਜੀ ਕਿਉਂਕਿ ਸਮਾਂ ਵੀ ਬਹੁਤ ਥੋੜ੍ਹਾ ਹੀ ਬਚਿਆ ਹੈਗਾ। ਜਿਨ੍ਹਾਂ ਸਟੂਡੈਂਟਸ ਦੇ ਵੀਜ਼ਾ ਨਹੀਂ ਆਏ, ਆਰ ਯੂ ਰეკਮੈਂਡਡ ਕਿ ਜਾਂ ਤੁਸੀਂ ਉਹਨਾਂ ਨੂੰ ਐਡਵਾਈਸ ਕਰ ਦਿਓ ਕਿ ਦੇ ਕੈਨ ਵਿਦਡਰਾ ਦੇਅਰ GIC ਔਰ ਆਪਣੀ ਫੀਸ ਜਿਹੜੀ ਹੈਗੀ ਉਹਨਾਂ ਨੂੰ ਵਾਪਸ ਮੰਗਵਾ ਲੈਣੀ ਚਾਹੀਦੀ ਹੈ? ਦੇਖੋ, 2 ਗੱਲਾਂ ਨੇ ਕਿ ਜਿਨ੍ਹਾਂ ਦਾ ਹਾਲੇ ਰਿਜ਼ਲਟ ਨਹੀਂ ਆਇਆ, ਰਿਫਿਊਜ਼ਲ ਨਹੀਂ ਆਈ ਔਰ ਵੀਜ਼ਾ ਵੀ ਨਹੀਂ ਆਇਆ,
ਤੇ ਉਹ ਤਾਂ ਉਹਨਾਂ ਕੋਲੇ ਇਹ ਹੈਗਾ ਕਿ ਡੈਫਰਮੈਂਟ ਕਰਨੀ ਪੈਣੀ ਹੈ, ਠੀਕ ਹੈ। ਕਾਲਜ ਨੂੰ ਡੈਫਰਮੈਂਟ ਰਿਕੁਐਸਟ ਭੇਜਣੀ ਹੈਗੀ ਹੈ ਕਿ ਨੈਕਸਟ ਇਨਟੇਕ ਦੇ ਵਿੱਚ ਮੈਨੂੰ ਐਡਮਿਸ਼ਨ ਦੇ ਦਿਓ, ਤੇ ਮੈਂ ਜਿਹੜਾ ਦੁਬਾਰਾ ਅਪਲਾਈ ਕਰਨਾ ਚਾਹੁੰਦਾ। ਬਹੁਤ ਸਾਰੇ ਕਾਲਜਿਸ ਡੈਫਰਮੈਂਟ ਦੇ ਦਿੰਦੇ ਨੇ। ਨੈਕਸਟ ਇਨਟੇਕ ਦੀ ਡੈਫਰਮੈਂਟ ਲੈਟਰ, ਜਿਹੜੀ ਡੈਫਰਡ ਆਫਰ ਲੈਟਰ ਦਾ ਮਤਲਬ ਐਡਮਿਸ਼ਨ ਲੈਟਰ ਨੂੰ ਈਮੇਲ ਕਰ ਦਵਾਂਗੇ। ਬਿਲਕੁਲ, ਉਹ ਜਿਹੜੀ ਹੈ ਨਵੀਂ ਆਫਰ ਲੈਟਰ ਜਿਹੜੀ ਹੈਗੀ ਹੈ ਆਪਾਂ ਐਮਬੈਸੀ ਨੂੰ ਪਾ ਦੇਵਾਂਗੇ। ਠੀਕ ਹੈ। ਔਰ ਐਮਬੈਸੀ ਐਕਚੁਅਲੀ ਨਾ ਪਾਉਣ ਦੇ ਬਾਵਜੂਦ ਵੀ ਵੀਜ਼ੇ ਦੇ ਦਿੰਦੀ ਹੈਗੀ ਹੈ। ਓਕੇ। ਔਰ ਅਦਰਵਾਈਜ਼ ਮੰਗ ਲੈਂਦੀ, ਕਿਸੇ ਕੇਸ ਵਿੱਚ ਮੰਗ ਲੈਂਦੇ ਨੇ ਕਿ ਤੁਸੀਂ ਨੈਕਸਟ ਇਨਟੇਕ ਦੀ ਆਫਰ ਲੈਟਰ ਦੇ ਦਿਓ ਸਾਨੂੰ। ਬਾਕੀ ਜਿੱਦਾਂ ਵੀ ਕਾਲਜ ਦੀ ਆਣੀ ਹੈਗੀ ਹੈ ਉਹ ਅਸੀਂ ਐਮਬੈਸੀ ਨੂੰ ਭੇਜ ਦਾਂਗੇ। ਭਾਵੇਂ ਅਸੀਂ ਐਮਬੈਸੀ ਨੂੰ ਇੱਕ ਵੈਬ ਫਾਰਮ ਹੁੰਦਾ ਉਸ ਦੇ ਜ਼ਰੀਏ ਲਿਖ ਵੀ ਦੇਵਾਂਗੇ ਕਿ ਕਿਉਂਕਿ ਕਲਾਸ ਦੀ ਡੈਡਲਾਈਨ ਟੱਪ ਗਈ ਹੈ ਔਰ ਮੇਰਾ ਰਿਜ਼ਲਟ ਨਹੀਂ ਆਇਆ ਤੁਹਾਡੇ ਵੱਲੋਂ ਐਮਬੈਸੀ ਵੱਲੋਂ, ਤੇ ਮੈਂ ਕਾਲਜ ਨੂੰ ਨੈਕਸਟ ਇਨਟੇਕ ਵਾਸਤੇ ਡੈਫਰਮੈਂਟ ਲੈਟਰ ਜਿਹੜੀ ਇਸ਼ੂ ਕਰਨ ਵਾਸਤੇ ਰਿਕੁਐਸਟ ਕਰ ਦਿੱਤੀ ਹੈ। ਜਿੱਦਾਂ ਹੀ ਆਉਂਦੀ ਹੈ ਮੈਂ ਐਮਬੈਸੀ ਨੂੰ ਦੇ ਦੇਵਾਂਗਾ। ਠੀਕ ਹੈ। ਤੇ ਮੇਰਾ ਜਿਹੜਾ ਹੈ ਕੇਸ ਨੂੰ ਪ੍ਰੋਸੈਸ ਕੀਤਾ ਜਾਵੇ। ਸੋ ਇਹ ਜਿਹੜਾ ਸੀਗਾ, ਅਗਰ ਕਿਸੇ ਦੀ ਰਿਫਿਊਜ਼ਲ ਆ ਗਈ ਹੈਗੀ ਹੈ ਤੇ ਡੈਫੀਨੇਟਲੀ ਉਸ ਨੂੰ ਜਿਹੜਾ ਹੈ ਰਿਫੰਡ ਵਾਸਤੇ ਅਪਲਾਈ ਕਰਨਾ ਪਏਗਾ। ਦੁਬਾਰਾ ਵੀ ਰਿਫਿਊਜ਼ਲ ਦੇ ਬਾਵਜੂਦ ਵੀ ਆਪਾਂ ਡੈਫਰਮੈਂਟ ਪਾ ਸਕਦੇ ਹੈਗੇ ਹਾਂ। ਬਟ ਅਗਰ ਮਾਈਂਡ ਨਹੀਂ ਹੈ ਕਿ ਹਾਂਜੀ ਅਗਰ ਉਸ ਨੂੰ ਨਹੀਂ ਅਪਲਾਈ ਕਰਨਾ ਚਾਹੁੰਦੇ ਉਸ ਕਾਲਜ ਦੇ ਵਿੱਚ, ਜਿਸ ਤਰ੍ਹਾਂ ਕਿ ਬਹੁਤ ਸਾਰੀ, ਜਿਸ ਤਰ੍ਹਾਂ ਮੈਂ ਦੱਸਿਆ ਕਿ ਗ੍ਰੈਜੂਏਟਸ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਦਿੱਤਾ ਤੇ ਆਪਾਂ ਦੇਖਿਆ ਕਿ ਗਲਤ ਹੈਗਾ ਤੇ ਉਹ ਤਾਂ ਦੁਬਾਰਾ ਅਪਲਾਈ ਕਰਨ ਦਾ ਤੇ ਸੁਸਾਈਡਲ ਦਾ ਮਤਲਬ ਨੁਕਸਾਨ ਵਾਲਾ ਕੰਮ ਹੈਗਾ। ਸੋ ਉਹ ਨਹੀਂ ਕਰਾਂਗੇ, ਆਪਾਂ ਰਿਫੰਡ ਅਪਲਾਈ ਕਰ ਲਾਂਗੇ, ਕਿਸੇ ਹੋਰ ਕਾਲਜ ਦੇ ਵਿੱਚ ਅਪਲਾਈ ਕਰਕੇ ਕਰ ਲਾਂਗੇ। ਲੇਕਿਨ GIC ਜਿਹੜਾ ਹੈਗਾ ਉਹ ਸਿਰਫ ਤਾਂ ਹੀ ਰਿਫੰਡ ਲੈਣਾ ਜਦੋਂ ਤੁਸੀਂ ਇਹ ਪੱਕਾ ਸੋਚ ਲਿਆ ਕਿ ਕੈਨੇਡਾ ਦੇ ਵਿੱਚ ਅਪਲਾਈ ਨਹੀਂ ਕਰਨਾ। ਧਿਆਨ ਦੇਣਾ ਕਿ 2 3 4 ਵਾਰ ਰਿਫਿਊਜ਼ਲਸ ਦੇ ਬਾਵਜੂਦ ਅਸੀਂ ਅਗਰ ਕੇਸ ਚੰਗਾ ਹੈ ਤੇ ਅਸੀਂ ਦੁਬਾਰਾ ਅਪਲਾਈ ਕਰਦੇ ਹੈਗੇ ਆ ਔਰ ਵੀਜ਼ਾ ਲੈਂਦੇ ਹਾਂ, ਕੋਈ ਪ੍ਰੋਬਲਮ ਨਹੀਂ। ਇੱਕ ਰਿਫੰਡ ਦੇ ਵਿੱਚ ਅਗਰ ਰਿਫਿਊਜ਼ ਹੋ ਗਿਆ, ਰਿਫੰਡ ਲੈਣਾ ਚਾਹੁੰਦੇ ਹੋ, ਇਹ ਧਿਆਨ ਦੇਣਾ ਕਿ ਕੁਝ ਕਾਲਜਿਸ ਕਹਿੰਦੇ ਨੇ ਵਿਦਿਨ 5 ਡੇਜ਼ ਆਫ ਰਿਫਿਊਜ਼ਲ, ਕੁਝ ਕਹਿੰਦੇ ਨੇ 7 ਦਿਨ, ਕੁਝ ਕਹਿੰਦੇ ਨੇ 10 ਦਿਨ। ਔਰ ਡੈਡਲਾਈਨਸ ਨੇ ਜਿਹੜੀਆਂ ਕਿ ਕੈਨੇਡਾ ਜਿਹੜੀ ਕਾਲਜਿਸ ਦੀ ਵੈਬਸਾਈਟ 'ਤੇ ਆਪਾਂ ਦੇਖ ਸਕਦੇ ਹੈਗੇ ਆ ਕਿ ਉਹਨਾਂ ਦੀ ਜਿਹੜੀ ਹੈ ਰਿਫੰਡ ਦੀ ਕੀ ਪਾਲਿਸੀ ਹੈਗੀ ਹੈ, ਕਿੰਨੇ ਦਿਨਾਂ ਦੇ ਵਿੱਚ ਅਪਲਾਈ ਕਰਨਾ, ਉਸ ਨੂੰ ਖੁੰਝਣ ਨਹੀਂ ਦੇਣਾ ਦਾ ਮਤਲਬ ਵਿਦਿਨ ਡੈਡਲਾਈਨ ਉਹ ਅਪਲਾਈ ਕਰਨਾ ਹੈ। ਅਦਰਵਾਈਜ਼ ਜੇ ਲੇਟ 10 ਦਿਨ ਕਿਹਾ ਉਹਨਾਂ ਨੇ ਤੇ 11ਵੇਂ ਦਿਨ ਅਪਲਾਈ ਕਰਾਂਗੇ, ਇੱਕ ਸਮੈਸਟਰ ਦੀ ਫੀਸ ਦਾ ਮਤਲਬ 5 ਲੱਖ ਦਾ ਨੁਕਸਾਨ ਹੋ ਜਾਏਗਾ। ਸੋ ਇਹ ਸਾਰੀਆਂ ਚੀਜ਼ਾਂ, ਡੈਫਰਮੈਂਟ ਡੈਡਲਾਈਨ, ਰਿਫੰਡ ਡੈਡਲਾਈਨ, ਕਾਲਜ ਔਰ ਜਿਨ੍ਹਾਂ ਦੇ ਵੀਜ਼ੇ ਆਏ ਨੇ ਇਹ ਵੀ ਧਿਆਨ ਦੇਣ ਕਿ ਜਿੰਨੀ ਛੇਤੀ ਹੋ ਸਕੇ ਵੀਜ਼ਾ ਦੀ ਕਾਪੀ ਕਾਲਜਿਸ ਨੂੰ ਭੇਜਣੀ ਹੁੰਦੀ ਹੈ ਔਰ ਉਸ ਦੀ ਵੀ ਡੈਡਲਾਈਨ ਹੁੰਦੀ ਹੈ। ਕਈ ਵਾਰੀ ਕਿ ਉਹ ਡੈਡਲਾਈਨ ਟੱਪ ਜੇ ਤਾਂ ਉਹ ਨੈਕਸਟ ਇਨਟੇਕ 'ਚ ਜਗ੍ਹਾ ਦਿੰਦੇ ਨੇ, ਉਸ ਇਨਟੇਕ ਦੇ ਵਿੱਚ ਉਹ ਤੁਹਾਡੀ ਸੀਟ ਕੈਂਸਲ ਕਰ ਦਿੰਦੇ ਨੇ। ਉਨੀ ਡੇਟ ਤੱਕ ਤੁਹਾਨੂੰ ਵੀਜ਼ਾ ਦੀ ਕਾਪੀ ਭੇਜਣੀ ਪੈਂਦੀ ਹੈ ਔਰ ਇਹ ਵੀਜ਼ਾ ਭੇਜਣ ਦੀ ਡੈਡਲਾਈਨ ਵੀ ਐਮਬੈਸੀ ਦੀ ਜਿਹੜੀ ਕਾਲਜ ਦੀ ਵੈਬਸਾਈਟ 'ਤੇ ਤੁਸੀਂ ਦੇਖ ਸਕਦੇ ਹੋ। ਕਾਲਜਿਸ ਸਾਨੂੰ ਐਜ਼ ਕੰਸਲਟੈਂਟ ਵੀ ਇਹ ਸਾਰੀ ਇਨਫੋਰਮੇਸ਼ਨ ਭੇਜਦੇ ਹੈ ਔਰ ਸਟੂਡੈਂਟਸ ਨੇ ਜਿਹੜੀ ਈਮੇਲ ਭੇਜੀ ਹੁੰਦੀ ਹੈ ਕਾਲਜ ਨੂੰ ਰਜਿਸਟਰਡ ਜਿਹੜੇ ਐਡਮਿਸ਼ਨ ਵੇਲੇ ਉਸ ਈਮੇਲ 'ਤੇ, ਔਰ ਕਈ ਕਾਲਜਿਸ ਦੀ ਐਪ ਨੇ, ਆਈਸੈਂਟ ਐਪ ਹੈਗੀ ਜਿਸ ਤਰ੍ਹਾਂ ਬਹੁਤ ਸਾਰੇ ਕਾਲਜਿਸ ਨੇ ਬਣਾਈ ਹੈਗੀ ਹੈ, ਉਸ ਕਾਲਜ ਦੀ ਐਪ ਨੂੰ ਡਾਊਨਲੋਡ ਕਰਕੇ ਉਸ 'ਤੇ ਵੀ ਸਟੂਡੈਂਟ ਨੂੰ ਮੈਸੇਜਸ ਆਉਂਦੇ ਨੇ। ਡੋਂਟ ਮਿਸ ਦੈਮ। ਬੜੇ ਧਿਆਨ ਨਾਲ ਤੁਸੀਂ ਈਮੇਲ ਔਰ ਜਿਹੜੀ ਐਪ ਹੈਗੀ ਉਸ 'ਤੇ ਮੈਸੇਜਸ ਚੈੱਕ ਕਰਨੇ ਹੈ ਤਾਂ ਕਿ ਕੋਈ ਡੈਡਲਾਈਨ ਜਿਹੜੀ ਹੈ ਮਿਸ ਨਾ ਹੋ ਜਾਵੇ। ਜੀ ਬਿਲਕੁਲ। ਸੋ ਇਹ ਗੱਲਾਂ ਸਾਡੇ ਸਟੂਡੈਂਟਸ ਨੇ ਵੀ ਧਿਆਨ ਦੇ ਵਿੱਚ ਰੱਖਣੇ ਨੇ। ਇਟਸ ਨਾਟ ਵੀ ਸਾਰੇ ਰਿਸਪੌਂਸਿਬਿਲਿਟੀ ਕੰਸਲਟੈਂਟ ਦੀ ਹੈਗੀ, ਫਿਰ ਅਸੀਂ ਦੋਸ਼ ਕੰਸਲਟੈਂਟ ਨੂੰ ਦਿੰਦੇ ਵੀ ਹਾਂਜੀ ਤੁਸੀਂ ਮੇਰੀ ਫੀਸ ਨਹੀਂ ਲੈ ਕੇ ਦਿੱਤੀ ਜਾਂ ਤੁਸੀਂ ਮੇਰੀ ਫੀਸ ਰੱਖ ਲਈ ਹੈ। ਸੋ ਇਹ ਜ਼ਿੰਮੇਵਾਰੀਆਂ ਤੁਹਾਡੀਆਂ ਵੀ, ਤੁਹਾਨੂੰ ਵੀ ਸਮਝਣੀਆਂ ਪੈਣਗੀਆਂ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਇੱਥੇ ਆਉਣ ਦੇ ਵਾਸਤੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਨਾਲ ਜੀ ਹੁੰਦੀ ਹੋਈ ਇਜਾਜ਼ਤ। ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਇਸੇ ਤਰ੍ਹਾਂ ਵੇਖਦੇ ਰਹਿ ਕਰੋ ਤੇ ਫਿਲਹਾਲ ਤੁਸੀਂ ਸਾਡਾ YouTube ਚੈਨਲ ਹੈ ਜੀ ਉਹਨੂੰ ਵੀ ਸਬਸਕ੍ਰਾਈਬ ਕਰ ਲਓ। ਕਵਿਤਾ ਜੀ ਸੈਮੀਨਾਰਸ ਚੱਲਦੇ ਪਏ ਨੇ ਕੰਪਨੀ ਦੇ, ਨੀਚੇ ਸਕਰੋਲ ਦੇ ਵਿੱਚ ਆ ਰਹੇ ਨੇ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸੈਮੀਨਾਰ ਚੱਲਦੇ ਰਹਿੰਦੇ ਨੇ ਔਰ $500 ਦੀ ਸਕਾਲਰਸ਼ਿਪ ਹਰ ਸਟੂਡੈਂਟ ਨੂੰ ਅਪ ਟੂ 5000 ਕੈਨੇਡੀਅਨ ਡਾਲਰ ਸਕਾਲਰਸ਼ਿਪ ਦਿੱਤਾ ਜਾਏਗਾ ਜਿਹੜੇ ਕੰਪਨੀ ਦੀ ਸਰਵਿਸਿਜ਼ ਹਾਇਰ ਕਰਨਗੇ। ਵੈਲਕਮ ਜੀ। ਜੀ ਗ੍ਰੇਟ। ਸੋ ਫਿਲਹਾਲ ਨੈਕਸਟ ਟਾਈਮ ਮੁਲਾਕਾਤ ਕਰਦੇ ਜੀ। ਆਪਣਾ ਖਿਆਲ ਰੱਖੋ। ਧੰਨਵਾਦ।